ट्रांसपोर्टर कह रहे हैं भी ਅਸੀਂ ਇੱਥੇ ਰਿਸ਼ਵਤ ਦੇ ਕੇ ਪਿਛਲੇ 20 ਸਾਲਾਂ ਤੋਂ ਚਲਾ ਰਹੇ ਤੇ ਟੈਕਸ ਦੇ ਹੀ ਨਹੀਂ ਰਹੇ ਤੇ ਫਿਰ ਕਿੱਥੋਂ ਰੈਵਨਿਊ ਆਊਗਾ ਕਿੱਥੋਂ ਸਾਡੀ ਜਿਹੜੀ ਟਰਾਂਸਪੋਰਟ ਉਹ ਵਧੂਗੀ ਇਹੋ ਹੀ ਟਰਾਂਸਪੋਰਟ ਮਾਫੀਆ ਹੋਰ ਕਿਹੜਾ ਟਰਾਂਸਪੋਰਟ ਮਾਫੀਆ ਜਿਹੜਾ ਵੀ ਮੰਤਰੀ ਬਣਦਾ ਰਿਹਾ ਐਮਐਲਏ ਬਣਦਾ ਰਿਹਾ ਉਹਨੇ ਮਹੀਨੇ ਪੱਤੀਆਂ ਸੈੱਟ ਕੀਤੀਆਂ ਇਹਨਾਂ ਰਵਾਇਤੀ ਪਾਰਟੀਆਂ ਵਾਲਿਆਂ ਨੇ ਆ ਦੇਖਿਓ ਹੁਣੇ ਕਾਰਵਾਈਆਂ ਹੋਣਗੀਆਂ ਸਭ ਕੁਝ ਹੋਏਗਾ ਵਿਜੀਲੈਂਸ ਨੂੰ ਇਨਕੁਆਇਰੀ ਦੇਵਾਂਗੇ ਤੇ ਇੱਕ ਜਿੰਨੀਆਂ ਬੱਸਾਂ ਟੈਕਸ ਚੋਰੀ ਵਾਲੀਆਂ ਸਾਰਿਆਂ ਤੇ ਕਾਰਵਾਈ ਹੋਏਗੀ ਨਹੀਂ ਤੇ ਸਵੇਰ ਤੋਂ ਇਹ ਆਪਦੇ ਟੈਕਸ ਤਾਰਦੇ ਨੇ ਇਹਨਾਂ ਨੂੰ ਚੇਤਾਵਨੀ ਹੈ ਜਿੰਨੀਆਂ ਵੀ ਬੱਸਾਂ ਕਿਸੇ ਨੂੰ ਨਹੀਂ ਬਖਸ਼ਿਆ ਜਾਵੇਗਾ ਚੋਰ ਮੋਰੀਆਂ ਬੰਦ ਹੋਣਗੀਆਂ ਭਾਵੇਂ ਬੱਸਾਂ ਹੁਣ ਸਾਬਕਾ ਮੁੱਖ ਮੰਤਰੀ ਦੀਆਂ ਸਾਬਕਾ ਮੰਤਰੀ ਦੀਆਂ ਕਿਸੇ ਨੂੰ ਨਹੀਂ ਬਖਸ਼ਿਆ ਜਾਵੇਗਾ ਇਹ ਗੱਡੀਆਂ ਅੱਜ ਤੱਕ ਨੇ ਅੱਜ ਤੋਂ ਪਹਿਲਾਂ ਪਿਛਲੀ ਪਾਰਟੀ ਦੇ ਮੰਤਰੀ ਸਾਹਿਬ ਸਿੰਘ ਵੀ ਆਏ ਤੇ ਨਵੀਂ ਸੇਵਾ ਦੇ ਵਿੱਚ ਗੱਡੀਆਂ ਫੜ ਕੇ ਅੱਜ ਫੇਰ ਆ ਕਿਸੇ ਨੇ ਮਾੜੇ ਚਲੇ ਗਏ ਕਿੰਨੇ ਮਾੜੇ ਸਾਡੀ ਨਾ ਕੋਈ ਸਾਡੀ ਹੈ ਕੋਈ ਇਹਨਾਂ ਦੀ ਹੈ ਕੋਈ ਇਹਨਾਂ ਦੀ ਹੈ ਕੋਈ ਮਸਲਾ ਸਿਰਫ ਇਹ ਜਿੰਨੇ ਵੀ ਮਤਲਬ ਇਹ ਗੱਡੀਆਂ ਖੜੀਆਂ ਸਾਰੇ ਨਜਾਇਜ਼ ਗੱਡੀਆਂ ਨੇ ਜਾਇਜ਼ ਇਹਨਾਂ ਨੇ ਅੱਜ ਟੈਕਸ ਨਹੀਂ ਦਿੱਤਾ ਕਿ ਬਜਾਏ ਇਹ ਕਸੂਰ ਇਹਨਾਂ ਦਾ ਇਹ ਹੈਗਾ ਕਿ ਇਹਨਾਂ ਨੇ ਟੈਕਸ ਨਹੀਂ ਦਿੱਤਾ ਗੱਡੀਆਂ ਦੇ ਕਾਗਜ਼ ਪੂਰੇ ਨਹੀਂ ਦਿੱਤਾ ਮੇਰੀ ਜਨਾਬ ਨੂੰ ਇਹੀ ਬੇਨਤੀ ਹੈ ਤੁਸੀਂ ਪਿਛਲਾ ਕੁਝ ਟਾਈਮ ਦਿਓਗੇ ਮੈਂ ਤੁਹਾਨੂੰ ਰਿਕਾਰਡ ਦਿਖਾਵਾਂਗਾ ਮੈਂ ਫੇਸਬੁੱਕ ਤੇ ਪੋਸਟ ਕਰਦਾ ਰਿਹਾ ਗੱਡੀਆਂ ਦੇ ਨੰਬਰ ਪੋਸਟ ਕਰਦਾ ਰਿਹਾ ਲਗਾਤਾਰ ਕਿ ਇਹ ਗੱਡੀ ਜਾ ਰਹੀ ਹੈ ਜੀ ਬਗੈਰ ਟੈਕਸ ਇਹ ਗੱਡੀ ਜਾ ਰਹੀ ਹੈ ਜੀ ਬਿਨਾਂ ਟੈਕਸ ਥੋੜਾ ਮਾਈਕ ਥੱਲੇ ਨਤੀਜਾ ਕੀ ਨਿਕਲਿਆ ਥੋੜਾ ਥੱਲੇ ਕਰੇ ਜਿਹੜੀ ਚੀਜ਼ ਜਿਹੜੀ ਗੱਡੀ ਜਿਹੜੀ ਸਵਾਰੀ ਮੈਂ 300 ਦੀ 400 ਦੀ ਬੁੱਕ ਕਰਾਂਗਾ ਉਹਦੇ ਵਿੱਚ ਮੈਨੂੰ ਪਤਾ ਕਿ ਮੈਂ ਜਿਹੜੀ ਚੀਜ਼ ਦਾ ਮੈਨੂੰ ਪਤਾ ਹੈ ਮੈਂ ਗਵਰਨਮੈਂਟ ਟੈਕਸ ਦੇ ਕੇ ਚੱਲਦਾ ਮੈਂ ਆਪਣੇ ਇੱਕ ਮਿੰਟ ਜੀ ਪੈਸੇ ਦੀ ਸਵਾਰੀ ਕਟਾਉਂਗਾ ਲੇਕਿਨ ਜਿਸ ਬੰਦੇ ਨੂੰ ਪਤਾ ਕਿ ਮੈਂ 5000 ਜਾਂ 10000 ਦੇ ਕੇ ਨਿਕਲ ਜਾਣਾ ਉਹ ਸਵਾਰੀ ਦਾ ਰੇਟ 200 250 ਕਰ ਦੇਗਾ ਮੈਂ ਕੰਪੀਟੀਸ਼ਨ ਕਰ ਨਹੀਂ ਸਕਦਾ ਮਜਬੂਰਨ ਮੈਨੂੰ ਵੀ ਆਉਣ ਦੀ ਉਹਦੀ ਰੋਟੀ ਮੈਂ ਵੀ ਖਾਣੀ ਹੈ ਇਸ ਕੰਪੀਟੀਸ਼ਨ ਚ ਨਹੀਂ ਸਕਦਾ ਇਹ ਗੱਡੀਆਂ ਕਿਸ ਤਰ੍ਹਾਂ ਆਈਆਂ ਅੱਜ ਆਟੀਏ ਸਾਹਿਬ ਪਹਿਲਾਂ ਵੀ ਆਏ ਗੱਡੀਆਂ ਫੜਨਾ ਰੋਡ ਤੇ ਵੀ ਫੜੀ ਕਦੀ ਦਿੱਤੀਆਂ ਉਸ ਤੋਂ ਬਾਅਦ ਗੱਡੀਆਂ ਲੇਕਿਨ ਕੀ ਸੀ ਅੱਜ ਤੱਕ ਗੱਲ ਸੁਣਨ ਦਾ ਟਾਈਮ ਅੱਜ ਤੁਸੀਂ ਪਹਿਲੇ ਮਿਨਿਸਟਰ ਜਿਨ੍ਹਾਂ ਨੇ ਵਿਸ਼ਕਲ ਹੋ ਕੇ ਟਾਈਮ ਦਿੱਤਾ ਟਾਈਮ ਹੀ ਨਹੀਂ ਇਸੇ ਚੀਜ਼ ਹੋ ਗਿਆ ਸੈਕੰਡ ਕਾਰਨ ਮਨਿਸਟਰ ਸਾਹਿਬ ਦੇ ਵੇਟ ਲਾਈ ਹੋਣੀ ਭਾਜੀ ਲੱਗਦੇ ਆ ਕੋਈ ਦਿੱਲੀ ਰਿਸ਼ਤਾ ਦਾ ਰਾਜਸਥਾਨ ਚੱਲ ਕਾਰਨ ਅਸੀਂ ਸਾਰਾ ਰੈਵਨਿਊ ਪੈਸੇਂਜਰ ਟੈਕਸ ਰੋਡ ਟੈਕਸ ਪਾਸਲ ਫਿਟਨੈਸ ਜੋ ਵੀ ਹੁੰਦੇ ਪੈਸੇ ਅਸੀਂ ਸਾਡਾ ਰੈਵਨਿਊ ਵੀ ਸਟੇਟ ਨੂੰ ਜਿਹੜੀ ਜਿੱਥੇ ਰਜਿਸਟਰਡ ਕਿੱਥੇ ਰਜਿਸਟਰਡ ਤੁਹਾਡੀ ਕੋਈ ਰਾਜਸਥਾਨ ਰਜਿਸਟਰਡ ਹੈ ਕੋਈ ਜੰਮੂ ਰਜਿਸਟਰਡ ਹੈ ਕੋਈ ਹਰਿਆਣਾ ਰਜਿਸਟਰਡ ਹੈ ਕਾਰਨ ਕੀ ਹੈ ਪੰਜਾਬ ਨੂੰ ਨਹੀਂ ਕੋਈ ਟੈਕਸ ਪੰਜਾਬ ਦਾ ਟੈਕਸ ਇੰਨਾ ਜ਼ਿਆਦਾ ਹੈਗਾ ਕਿ ਕਦੇ ਇੱਥੇ ਰਜਿਸਟਰ ਹੀ ਨਹੀਂ ਹੁੰਦਾ ਇਹੀ ਤੇ ਬੇਨਤੀ ਹੈ ਕਿ ਸਾਡੇ ਨਾਲ ਬੈਠ ਕੇ ਸਾਨੂੰ ਕੋਈ ਇਹੋ ਜਿਹਾ ਦੱਸੋ ਕਿ ਇਹ ਪੰਜਾਬ ਦੇ ਰਜਿਸਟਰ ਅਸੀਂ ਆਪਣੀ ਹੋਮ ਸਟੇਟ ਨੂੰ ਟੈਕਸ ਦੇਈਏ ਅਸੀਂ ਆਪਣੇ ਘਰ ਦੇ ਪੈਸੇ ਚੁੱਕ ਕੇ ਦੂਸਰਿਆਂ ਨੂੰ ਦੇਈਏ ਉਹਦਾ ਕੀ ਤੁਹਾਡੀਆਂ ਗੱਡੀਆਂ ਕਿਹੜੀ ਸਟੇਟ ਦੇ ਵਿੱਚ ਕਿਸੇ ਕੋਈ ਜੰਮੂ ਰਜਿਸਟਰ ਹੈ ਕੋਈ ਹਰਿਆਣਾ ਰਜਿਸਟਰ ਹੈ ਕਾਰਨ ਕੀ ਹੈ ਸਰ ਉਹਨਾਂ ਦੇ ਟੈਕਸ ਬੜੇ ਘੱਟ ਨੇ ਲੇਕਿਨ ਹੁਣ ਉਸ ਚੀਜ਼ ਦਾ ਕੀ ਸੀ ਕਿ ਜੇ ਗੱਡੀਆਂ ਇੰਟਰ ਹੁੰਦੀਆਂ ਪੰਜਾਬ ਜਾਂ ਫਿਰ 5000 ਭਰਨ ਜਾਂ ਹੁਣ ਆਲ ਇੰਡੀਆ ਟੈਕਸ ਹੋ ਗਿਆ ਉਹ ਭਰਨਾ ਆਲ ਇੰਡੀਆ ਟੈਕਸ ਨੂੰ ਕੁਝ ਸਟੇਟਾਂ ਮੰਨਦੀਆਂ ਕੁਝ ਨਹੀਂ ਮੰਨਦੀਆਂ ਆਉਣ ਦੀ ਗੱਲ 5000 ਅਗਰ ਮੈਂ ਰੋਜ਼ ਦਵਾਂ ਤੇ ਜਿਹੜੀ ਗੱਡੀ ਰੋਜ਼ ਚੱਲਦੀ ਹੈ 1.5 ਇੱਕ ਮਹੀਨੇ ਮੈਂ ਦਵਾਂ ਠੀਕ ਹੈ ਜੀ ਉਹੀ ਗੱਡੀ ਅਗਰ ਪੰਜਾਬ ਦੀ ਰਜਿਸਟਰ ਹੈ ਤਾਂ ਉਹਦਾ ਟੈਕਸ ਕੁਝ 20-25000 ਰੁਪਏ 30,000 ਰੁਪਏ ਹੈ ਲੇਕਿਨ ਉਹੀ ਗੱਡੀ ਅਗਰ ਮੇਰੀ ਜੰਮੂ ਹਰਿਆਣਾ ਰਜਿਸਟਰ ਹੈ ਤਾਂ ਉਹਦਾ ਟੈਕਸ ਮੇਰਾ ਰੁਪਿਆ 10,000 ਰੁਪਏ ਤੇ ਮੈਨੂੰ 5,000 ਜਾਂ 10,000 ਮਹੀਨੇ ਦੇ ਵਿੱਚ ਜਿਹਨੂੰ ਅਸੀਂ ਰਿਸ਼ਵਤ ਕਹਿੰਦੇ ਆ ਉਹ ਦੇ ਕੇ ਚਲਾਉਣਾ ਕੀ ਬਣਾਉਣਾ ਤੁਸੀਂ ਰਿਸ਼ਵਤ ਦੇ ਕੇ ਚਲਾਉਂਦੇ ਚੱਲਦੀ ਹੈ ਮੈਂ ਇਕੱਲਾ ਨਹੀਂ ਸਰ ਮੈਂ ਇਕੱਲਾ ਰਿਸ਼ਵਤ ਪੂਰੀਆਂ ਸਾਰੀਆਂ ਕੌਣ ਲੈਂਦਾ ਜਿਹਨਾਂ ਦੀ ਡਿਊਟੀ ਹੈ ਕਹਿੰਦੇ ਫੜਨ ਦੀ ਜਿਹਨਾਂ ਦੀਆਂ ਗੱਡੀਆਂ ਫੜਨ ਦੀ ਡਿਊਟੀ ਤੇ ਆਰਟੀ ਸਾਹਿਬ ਇੱਧਰ ਇੱਧਰ ਤੇ ਕਹਿੰਦੇ ਰਿਸ਼ਵਤ ਲੈ ਕੇ ਚੱਲਣ ਦੀਆਂ ਗੱਡੀ ਸਰ ਦੱਸਣਾ ਕਿ ਦੱਸਣਾ ਇੱਕ ਵਾਰੀ ਸਰ ਇਸ ਚੀਜ਼ ਦਾ ਜਵਾਬ ਅਸੀਂ ਤੁਹਾਨੂੰ ਕੀ ਦਈਏ ਕਿ ਕਿਉਂ ਦਿੰਦੇ ਹਾਂ ਤੁਸੀਂ ਤਾਂ ਲੈਣ ਆਓਗੇ ਨਹੀਂ ਸਾਡੇ ਕੋਲ ਸਰ ਅੱਖਾਂ ਚੱਕਾਂ ਪਾ ਕੇ ਦਫ਼ਤਰ ਗੱਲ ਕਰਦਾ ਤੁਸੀਂ ਪਹਿਲਾਂ ਵੀ ਦੱਸੋ ਤੁਸੀਂ ਇਹ ਗੱਲ ਮੈਂ ਤੁਹਾਡਾ ਨਾਂ ਨਹੀਂ ਲਿਆ ਤੁਸੀਂ ਦੇਖੋ ਮੈਂ ਤੁਹਾਨੂੰ ਸਿੱਧੀ ਗੱਲ ਕਹਿਣਾ ਨਾ ਕਰੋ ਇੱਕ ਦਫ਼ਤਰ ਦੀ ਗੱਲ ਹੈ ਨਾ ਈਵਨ ਤੁਸੀਂ ਦਫ਼ਤਰ ਵੱਲੋਂ ਦੱਸੋ ਤੁਸੀਂ ਕਿਹੜਾ ਜੇ ਕੋਈ ਬੰਦਾ ਇਦਾਂ ਦਾ ਹੈਗਾ ਆ ਜਾਓ ਦੱਸ ਦਿਓ ਸਰ ਤੁਸੀਂ ਥੋੜੀ ਲੈ ਕੇ ਜਾਂਦੇ ਰਹੇ ਤੁਹਾਡਾ ਡਰਾਈਵਰ ਹੀ ਲੈ ਕੇ ਜਾਂਦਾ ਰਿਹਾ ਤੁਹਾਨੂੰ ਨਹੀਂ ਕੋਈ ਕਹਿ ਰਿਹਾ ਤੁਹਾਡਾ ਡਰਾਈਵਰ ਰਮਨ ਲੈ ਕੇ ਜਾਂਦਾ ਰਿਹਾ 5 ਸਾਲ ਪੂਰੇ ਨੇ ਪੈਸੇ ਲੈ ਕੇ ਆ ਹੁਣ ਇੱਥੇ ਖਿਲਾਰਦੀ ਗੱਡੀ ਅੱਗੇ ਕਿਉਂ ਨਹੀਂ ਗਿਆ ਉੱਥੇ ਪਾਰਕ ਭਰੀ ਗੱਡੀਆਂ ਦੀ ਅੱਗੇ ਕਿਉਂ ਨਹੀਂ ਗਿਆ ਇੱਥੇ ਖਿਲਾਰਦੀ ਇਹਨੂੰ ਫੋਨ ਕਰਦੇ ਗੱਡੀਆਂ ਗਾਇਬ ਕਰਾਤੀਆਂ ਹੋ ਗਈ ਰਮਨ ਨੇ
ਤੁਸੀਂ ਇਹਦੀ ਵਿਜੀਲੈਂਸ ਇਨਕੁਆਰੀ ਹੋਈ ਹੈ ਜੀ, ਵੇਖੋ ਇਹਦਾ ਰਿਕਾਰਡ ਕਢਾ ਕੁਝ ਕੇ ਦੇਰ ਪਹਿਲਾਂ ਸਰ ਵਿਜੀਲੈਂਸ ਇਨਕੁਆਰੀ ਹੋਈ ਸੀ ਐਸਐਸਪੀ ਪਰਮਪਾਲ ਸਿੰਘ ਨੇ ਕੀਤੀ ਇਹਨਾਂ ਕੀਤੀ ਜੀ ਇਹਦੀ। ਉਹਦੇ ਵਿੱਚ ਉਹਨਾਂ ਨੇ 4-5 ਅਫਸਰ ਇਨਵੋਲਵ ਕੀਤੇ ਸੀ ਇਨਵੋਲਵ ਕੀਤਾ ਉਸ ਬੰਦੇ ਦੀ ਮੇਰਾ ਪਤਾ ਵੀ ਇੱਥੇ ਉਸ ਬੰਦੇ ਦੀ ਦੁਕਾਨ 10 ਦਿਨ 12 ਦਿਨ ਵਿਜੀਲੈਂਸ ਨੇ ਸੀਲ ਕਰ ਲੈਪ ਲਾਉਂਦਾ 12 ਦਿਨ ਬਾਅਦ ਦੁਕਾਨ ਤੇ ਕੌਣ ਬਚੇ ਇਸ ਤਰ੍ਹਾਂ ਬਚਿਆ ਉਹਨੇ ਸਾਰਾ ਦੱਸਿਆ ਕਿ ਕਿਹੜੀ ਗੱਡੀ ਕਿੰਨਾ ਪੈਸਾ ਕੀ ਕਰਦੀ ਸਾਰਾ ਕੁਝ ਦੱਸ ਕੇ ਨਹੀਂ ਆ ਜਿੰਨੇ ਬੰਦੇ ਆ ਉਹ ਪੈਸੇ ਕਿਹਨੂੰ ਦਿੰਦੇ ਰਹੇ ਜਿਹੜੇ ਪੱਸਾ ਕਿਹਨੂੰ ਕਿਹਨੂੰ ਤੁਸੀਂ ਦੱਸੋ ਨਾ ਕਿਹਨੂੰ ਦਿੰਦੇ ਰਹੇ ਤੁਸੀਂ ਦੱਸੋ ਬਾਈ ਰਮਨ ਨੂੰ ਦਿੰਦੇ ਇਸ ਬੰਦੇ ਦੀ ਅਸ਼ਵਨੀ ਪੱਪੂ ਜੀ ਆ ਜੀ ਕਾਂਗਰਸ ਦਾ ਪ੍ਰਧਾਨ ਉਸ ਬੰਦੇ ਦੀ ਸਿਫਾਰਿਸ਼ ਦੇ ਉੱਪਰ ਇਹ ਬੰਦੇ ਦੀਆਂ ਗੱਡੀਆਂ ਛੁੱਟਦੀਆਂ ਰਹੀਆਂ ਜੀ ਅੰਮ੍ਰਿਤਸਰ ਦੀਆਂ ਹੋਰ ਵੀ ਗੱਡੀਆਂ ਜਿਹੜੀਆਂ ਛੁੱਟਦੀਆਂ ਇਹ ਰਾਤੀ ਇਹਨਾਂ ਦੀ ਗੱਡੀ ਰਮਨ ਜੀ ਆਪਾਂ ਤੋਂ ਪ੍ਰਧਾਨ ਸਾਹਿਬ ਨੂੰ ਅਥਾਰਟੀ ਹੈ ਕਿ ਬਗੈਰ ਟੈਕਸ ਤੇ ਗੱਡੀਆਂ ਮੰਤਰੀ ਸਾਹਿਬ ਖੜੇ ਆ ਪੰਜਾਬ ਸਰਕਾਰ ਆ ਮੰਤਰੀ ਸਾਹਿਬ ਦੀ ਬਾਤ ਕਰਨੀਆਂ ਫਿਰ ਕਰ ਦੋਗੇ ਗੱਡੀਆਂ ਮੌਕਾ ਦਿਓ ਮੈਨੂੰ ਉਸ ਤੋਂ ਬਾਅਦ ਰਾਤ ਇਹਨਾਂ ਦੀ ਗੱਡੀ ਜਾ ਕੇ ਤਰਨਤਾਰਨ ਰੋਡ ਦੇ ਉੱਤੇ ਆਰਟੀ ਸਾਹਿਬ ਨੇ ਕੋਈ ਰਾਤ 10:30 ਵਜੇ ਹੀ ਬੰਦ ਕੀਤੀ ਚੱਬੇ ਦੇ ਲਾਗੇ ਜਾ ਕੇ ਜੀ ਇਹ ਦੂਸਰੇ ਬੰਦੇ ਦੀ ਜਾ ਰਹੇ ਸੀ ਸਾਨੂੰ ਇਨਫੋਰਮੇਸ਼ਨ ਸੀ ਰਾਤ ਇਹਨਾਂ ਦੀ ਗੱਡੀ ਬੰਦ ਕੀਤੀ ਜੀ ਦੂਸਰੀ ਗੱਡੀ ਇਹਨਾਂ ਦੀ ਹੁਣ ਬੰਦ ਕਰਨ ਗਏ ਆ ਮੇਰੇ ਨਾਲ ਦਾ ਸਰ ਦੇ ਪੀਏ ਸਾਹਿਬ ਹੀ ਇਹਨਾਂ ਗੱਡੀ ਬੰਦ ਕਰਕੇ ਭੱਜ ਗਏ ਜੀ ਦੋਵੇਂ ਗੱਡੀਆਂ ਲੈ ਗਏ ਜੀ ਇਹ ਸਭ ਬਾਅਦ ਵਿੱਚ 5000 ਰੁਪਏ ਰਾਤੀ ਸਰ ਮੈਂ ਜੁਰਮਾਨਾ ਭਰਿਆ, ਅੱਜ ਜਿਹੜੀ ਗੱਡੀ ਦਾ ਉਹਦਾ ਟੈਕਸ ਸਰ ਦੇ ਕੋਲ ਸਾਡੇ ਸਵੇਰ 5000 ਰੁਪਏ ਤਾਰਿਆ ਸਾਡੇ ਕੋਲ ਸਾਡੇ ਸਵੇਰ ਦੇ ਫੋਨ ਆ ਜੀ ਸਰ ਸਾਡੇ ਨਾਲ ਆ ਬਿਲਕੁਲ ਜੇ 1% ਅੱਜ ਲੱਗਦਾ ਗੱਡੀ ਵੀ ਆਈ 5000 5000 ਰੁਪਏ ਹੁਣੇ ਕੀਤੀ ਜਾਵੇ ਟੈਕਸ ਤਾਰਿਆ ਤੁਸੀਂ ਆਪਾਂ ਗੱਲ ਹੀ ਕਰਨੀ ਆ ਤੁਹਾਡੀਆਂ ਜਿਹੜੀਆਂ ਗੱਡੀਆਂ ਟੈਕਸ ਤਾਰਨ ਤੋਂ ਬਿਨਾਂ ਕੌਣ ਚਲਵਾਉਂਦਾ ਹੈ ਇਹ ਚਲਾਉਂਦਾ ਰਿਹਾ ਜੀ ਪਿਛਲੇ ਸਾਲ ਪਿਛਲੇ ਮੰਤਰੀ ਦੇ ਆਪਣਾ ਕਾਂਗਰਸ ਸਰਕਾਰ ਜੀ ਪੂਰੇ 5 ਸਾਲ ਹਾਂਜੀ ਹਾਂਜੀ ਇਹਨਾਂ ਨੂੰ ਪੁੱਛੋ ਜੀ ਮੈਂ ਜਿਹਦਾ ਮੈਂ ਗਵਾਇਆ ਆਓ ਇੱਧਰ ਯਾਰ ਤੁਸੀਂ ਆਉਂਦੇ ਕਹਿੰਦੇ ਅਕਾਲੀ ਦਲ ਦੀ ਸਰਕਾਰ ਚਲੇ ਉਦੋਂ ਵੀ ਚੱਲਦੀ ਇਹ ਤੇ ਹੁਣ ਸਰਕਾਰ ਆਈ ਹੈ ਸਰ ਜਿੰਨੇ ਪਹਿਲਾ ਸਟੈਪ ਲਿਆ ਰਿਸ਼ਵਤ ਬੜੀ WhatsApp ਨੰਬਰ ਅੱਜ ਤੱਕ ਕਿਸੇ ਨੇ ਕੀਤਾ ਪਬਲਿਕ ਦੇ ਕੌਣ ਕਰ ਰਿਹਾ ਸਰ ਤੁਸੀਂ ਸਮਝ ਸਕਦੇ ਮੇਰਾ ਇੱਕ ਕੇਸ ਆਲਰੇਡੀ ਚੱਲ ਰਿਹਾ ਜੀ ਆਟੋ ਜਿਹੜਾ ਪਿਛਲਾ ਟਰਾਂਸਪੋਰਟ ਮਿਨਿਸਟਰ ਹੀ 3 ਮਹੀਨੇ ਰਿਹਾ ਉਹ ਤੇ ਕਹਿੰਦਾ ਮੈਂ ਬੜਾ ਰੈਵਨਿਊ ਵਧਾਤਾ ਬੜੇ ਛਾਪੇ ਮਾਰੇ ਹੋਇਆ ਕੁਝ ਸਰ ਉਹਦੇ ਨਾਲ ਕੀ ਹੋਇਆ ਉਹਨੇ ਛਾਪੇ ਮਾਰੇ ਕਿਹਦੇ ਤੇ ਵੰਡਾਟਾ ਪੋਲਿਟਿਕਸ ਕੱਟ ਕਰਨੀ ਨਾ ਗੱਲ ਜਦੋਂ ਨੇ ਬੋਲੇ ਤੁਹਾਡੇ ਵਾਸਤੇ ਤੁਹਾਡੇ ਵਾਸਤੇ ਵੇਖ ਲਈ ਜਦੋਂ ਬੋਲਣੀ ਕੱਟ ਕਰੀਏ ਨਾਲ ਹਰ ਪਿਕਚਰ ਕਲੀਅਰ ਅੱਜ ਪਾਰਟੀ ਆਮ ਆਦਮੀ ਅੱਗੇ ਓਏ ਅੱਗੇ ਆ ਜਾਓ ਹੋਣੀ ਚਾਹੀਦੀ ਅੱਜ ਬੰਦ ਹੋਈ ਹੋਣੀ ਪਈ ਬਿਲਕੁਲ ਹੋਈ ਹੈ ਕਿਉਂਕਿ ਮੈਂ ਟੈਕਸ ਨਹੀਂ ਲਾ ਰਿਹਾ ਮੈਂ ਬਿਲਕੁਲ ਗੁਨੇਗਾਰ ਨਹੀਂ ਕਰ ਰਿਹਾ ਲੇਕਿਨ ਕਿਉਂ ਅਗਰ ਮੈਂ ਟੈਕਸ ਉਤਾਰਾਂਗਾ ਮੈਂ ਚੱਲ ਹੀ ਨਹੀਂ ਸਕਾਂਗਾ ਕਿਉਂਕਿ ਬਰਾਬਰ 20 ਗੱਡੀਆਂ ਚੱਲਦੀਆਂ ਉਹਨਾਂ ਮੈਨੂੰ ਚੱਲਣ ਹੀ ਨਹੀਂ ਦੇਣਾ ਜਿਹੜੀਆਂ ਟੈਕਸ ਚੋਰੀ ਕਰਕੇ ਘੱਟ ਰੇਟ ਤੇ ਚੱਲਣ ਦੀਆਂ ਤੁਸੀਂ ਕੀ ਸਮਝਦੇ ਦੋ ਦੀਪਕ ਆਈਟੀ ਥੱਲੇ ਗੱਲ ਕਿਉਂ ਮੈਂ ਤੁਹਾਨੂੰ ਰਿਕਾਰਡ ਕਢਾ ਕੇ ਦੇਣਾ ਕਿਰੇ ਬਾਕੀ ਕਿੱਥੇ ਦੱਸੋ ਭਾਈ ਸਾਰੀਆਂ ਜਿੰਨੀਆਂ ਵੀ ਬੱਸਾਂ ਜਾਇਜ਼ ਨਹੀਂ ਜਾਇਜ਼ ਚੱਲਦੀਆਂ ਸਾਰਿਆਂ ਦੇ ਕਾਗਜ਼ ਇੱਕ ਮਿੰਟ ਸਰ ਸਰ ਇੱਕ ਮਿੰਟ ਗੱਲ ਕਰਨ ਇੱਕ ਮਿੰਟ ਦੇ ਜੀ ਸਰ ਕੀ ਆਪਣਾ ਮਾਮਲਾ ਹੈ ਸਾਰਾ ਇੱਕ ਮਿੰਟ ਦੇ ਅੱਜ ਅੱਗੇ ਹੋ, ਤੇ ਅੱਗੇ ਹੋ। ਗੱਡੀਆਂ ਚੈੱਕ ਕਰ ਰਹੇ ਸਨ ਜਿਨ੍ਹਾਂ ਨੇ ਟੈਕਸ ਚੋਰੀ ਕੀਤਾ ਉਹ ਗੱਡੀਆਂ ਨੂੰ ਇਹੋ ਕਿਹਾ ਜਾ ਰਿਹਾ ਹੈ ਕਿ ਟੈਕਸ ਉਤਾਰੋ ਜੇ ਨਹੀਂ ਕੋਈ ਟੈਕਸ ਉਤਾਰਦਾ ਰੋਡ ਤੇ ਚਲਾਉਂਦੇ ਆ ਤੇ ਉਹ ਗੱਡੀਆਂ ਨੂੰ ਜੁਰਮਾਨੇ ਪਾਏ ਜਾ ਰਹੇ ਗੱਡੀਆਂ ਬੰਦ ਕੀਤੀਆਂ ਜਾ ਰਹੀਆਂ ਸਰ ਕਿੰਨੀਆਂ ਬੱਸਾਂ 'ਚ ਬੰਦ ਕੀਤੀਆਂ ਗਈਆਂ ਜੀ ਅੱਜ ਲਗਭਗ 15 ਤੋਂ 20 ਬੱਸਾਂ ਜਿਹੜੀਆਂ ਉਹ ਬੰਦ ਕੀਤੀਆਂ ਜਿਨ੍ਹਾਂ ਨੇ ਟੈਕਸ ਚੋਰੀ ਕੀਤਾ ਹੁਣ ਅਸੀਂ ਇੱਥੇ ਆਏ ਆ ਅੰਮ੍ਰਿਤਸਰ ਦੇ ਵਿੱਚ ਜਿੱਥੇ ਆ ਕੇ ਟਰਾਂਸਪੋਰਟਰ ਕਹਿ ਰਿਹਾ ਵੀ ਅਸੀਂ ਇੱਥੇ ਰਿਸ਼ਵਤ ਦੇ ਕੇ ਪਿਛਲੇ 20 ਸਾਲਾਂ ਤੋਂ ਚਲਾ ਰਹੇ ਤੇ ਟੈਕਸ ਦੇ ਹੀ ਨਹੀਂ ਰਹੇ ਤੇ ਫਿਰ ਕਿੱਥੋਂ ਰੈਵਨਿਊ ਆਊਗਾ ਕਿੱਥੋਂ ਸਾਡੀ ਜਿਹੜੀ ਟਰਾਂਸਪੋਰਟ ਉਹ ਵਧੂਗੀ ਜਿਹੜਾ ਟਰਾਂਸਪੋਰਟ ਮਾਫੀਆ ਇਹੋ ਹੀ ਟਰਾਂਸਪੋਰਟ ਮਾਫੀਆ ਹੋਰ ਕਿਹੜਾ ਟਰਾਂਸਪੋਰਟ ਮਾਫੀਆ ਇਹ ਤੁਸੀਂ ਕਿਹੜੇ ਮੁਲਾਜ਼ਮ ਦਾ ਨਾਮ ਲੈ ਰਹੇ ਜੇ ਇੱਕ ਮਿੰਟ ਇਧਰ ਕੀ ਨਾਮ ਤੁਹਾਡਾ ਮੇਰਾ ਨਾਮ ਰਮਨਦੀਪ ਰਮਨਦੀਪ ਕਿਹੜੀ ਪੋਸਟ ਤੇ ਜੇ ਤੁਸੀਂ ਮੈਂ ਡਰਾਈਵਰ ਹਾਂ ਸਰ ਆਰਟੀਐਮ ਡਰਾਈਵਰ ਨਹੀਂ ਤੁਸੀਂ ਕਿਹੜੇ ਮਹਿਕਮੇ ਦੀ ਮੈਂ ਪੰਜਾਬ ਪੁਲਿਸ ਦੇ ਵਿੱਚ ਕਿਹੜੇ ਰੈਂਕ ਤੇ ASI ASI ਕੋਈ ਡੈਪੂਟੇਸ਼ਨ ਤੇ ਆਏ ਜੀ ਇਹ ਇਸ ਰਮਨ ਕੁਮਾਰ ਦਾ ਨਾਮ ਲਿਆ ਜਾ ਰਿਹਾ ਜਿੰਨੇ ਵੀ ਇੱਥੇ ਟਰਾਂਸਪੋਰਟਰ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਇਹ ਸਾਡੇ ਤੋਂ ਪਿਛਲੇ 5 ਸਾਲ ਰਿਸ਼ਵਤ ਲੈ ਕੇ ਤੇ ਸਾਡੀਆਂ ਟੈਕਸ ਚੋਰੀ ਗੱਡੀਆਂ ਚਲਵਾਉਂਦਾ ਰਿਹਾ ਅਸੀਂ ਟੈਕਸ ਨਹੀਂ ਤਾਰਦੇ ਰਹੇ ਜੋ ਵੀ ਦੋਸ਼ੀ ਪਾਇਆ ਗਿਆ ਪਹਿਲਾਂ ਤੇ ਜਿਨ੍ਹਾਂ ਨੇ ਟੈਕਸ ਚੋਰੀ ਕੀਤਾ ਉਹਨਾਂ ਨੂੰ ਤਾਂ ਕਿ ਉਹ ਟੈਕਸ ਤਾਰਨ ਸਾਰੇ ਦਾ ਸਾਰਾ ਤੇ ਜੇ ਮੁਲਾਜ਼ਮ ਦੋਸ਼ੀ ਪਾਇਆ ਗਿਆ ਇਹਦੀ ਵਿਜੀਲੈਂਸ ਇਨਕੁਆਰੀ ਹੋਵੇਗੀ ਇਹਦੀ ਜਾਇਦਾਦ ਦੀ ਜਿੰਨੀ ਵੀ ਜਾਇਦਾਦ ਬਣੀ ਹੋਵੇਗੀ ਉਹਦੀ ਵੀ ਇਨਕੁਆਰੀ ਹੋਵੇਗੀ ਤੇ ਜੇ ਵਾਕਈ ਆਮਦਨ ਵਾਧੇ ਦੀ ਜਾਇਦਾਦ ਬਣੀ ਹੋਵੇਗੀ ਤੇ ਇਹਦੀ ਜਾਇਦਾਦ ਕੁਰਕ ਹੋਵੇਗੀ ਇਹ ਪਹਿਲੀ ਸਰਕਾਰ ਨਹੀਂ ਕਿ ਜਿਹੜਾ ਦੋਸ਼ੀ ਉਹ ਬਾਜੇਗਾ ਪੈਸੇ ਦੇ ਕੇ ਨਿਕਲ ਜਾਏਗਾ
ਇਹ ਦੇਖੋ ਜੇ ਅਸੀਂ ਅੱਧੀ ਰਾਤ ਤੁਰੇ ਫਿਰਦੇ ਸਾਨੂੰ ਪੰਜਾਬ ਦੇ ਲੋਕਾਂ ਨੇ ਆਸ ਨਾਲ ਵੋਟ ਪਾਈ ਆ ਕਿ ਸਿਸਟਮ ਚੇਂਜ ਹੋਵੇ। ਜਿਹੜਾ ਵੀ ਮੰਤਰੀ ਬਣਦਾ ਰਿਹਾ ਐਮਐਲਏ ਬਣਦਾ ਰਿਹਾ ਉਹਨੇ ਮਹੀਨੇ ਪੱਤੀਆਂ ਸੈੱਟ ਕੀਤੀਆਂ ਇਹਨਾਂ ਰਵਾਇਤੀ ਪਾਰਟੀਆਂ ਵਾਲਿਆਂ ਨੇ। ਜੇ ਅਕਾਲੀ ਦਲ ਦੀ ਸਰਕਾਰ ਬਣੀ ਉਹਨਾਂ ਨੇ ਆ ਕੇ ਲੁੱਟਣਾ ਸ਼ੁਰੂ ਕਰਤਾ। ਜੇ ਪਿਛਲੀ ਕਾਂਗਰਸ ਦੀ ਸਰਕਾਰ ਆਈ ਸਿਰਫ ਪਬਲਿਸਿਟੀ ਕਰਦੇ ਰਹੇ, ਕਿਸੇ ਨੂੰ ਕੋਈ ਹੱਕ ਨਹੀਂ ਦਵਾਇਆ ਗਿਆ। ਸਾਡੀ ਜਿਹੜੀ ਟਰਾਂਸਪੋਰਟ ਆ ਉਹਨੂੰ ਦਿਨੋਂ ਦਿਨ ਲੁੱਟਣ ਤੇ ਕੁੱਟਣ ਵਾਲੇ ਧਿਆਨ ਕੀਤਾ ਇਹਨਾਂ ਨੇ। ਆਹ ਦੇਖਿਓ ਹੁਣੇ ਕਾਰਵਾਈਆਂ ਹੋਣਗੀਆਂ, ਸਭ ਕੁਝ ਹੋਏਗਾ, ਵਿਜੀਲੈਂਸ ਨੂੰ ਇਨਕੁਆਇਰੀ ਦੇਵਾਂਗੇ ਤੇ ਇੱਕ ਜਿੰਨੀਆਂ ਬੱਸਾਂ ਟੈਕਸ ਚੋਰੀ ਵਾਲੀਆਂ ਸਾਰਿਆਂ ਤੇ ਕਾਰਵਾਈ ਹੋਏਗੀ। ਨਹੀਂ ਤੇ ਸਵੇਰ ਤੋਂ ਇਹ ਆਪਦੇ ਟੈਕਸ ਤਾਰਦੇ ਨੇ, ਇਹਨਾਂ ਨੂੰ ਚੇਤਾਵਨੀ ਹੈ ਜਿੰਨੀਆਂ ਵੀ ਬੱਸਾਂ ਕਿਸੇ ਨੂੰ ਨਹੀਂ ਬਖਸ਼ਿਆ ਜਾਵੇਗਾ। ਚੋਰ ਮੋਰੀਆਂ ਬੰਦ ਹੋਣਗੀਆਂ। ਅੱਜ ਜੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਚੈਕਿੰਗ ਹੋਈ ਆ ਤੇ ਕੱਲ ਨੂੰ ਬਠਿੰਡੇ ਪਟਿਆਲੇ ਸਾਰੇ ਸ਼ਹਿਰਾਂ ਦੇ ਵਿੱਚ ਚੈਕਿੰਗ ਕਰਾਂਗੇ। ਭਾਵੇਂ ਬੱਸਾਂ ਹੁਣ ਸਾਬਕਾ ਮੁੱਖ ਮੰਤਰੀ ਦੀਆਂ, ਸਾਬਕਾ ਮੰਤਰੀ ਦੀਆਂ, ਸਾਬਕਾ ਐਮਐਲਏ ਦੀਆਂ, ਕਿਉਂਕਿ ਇਹਨਾਂ ਦੀਆਂ ਸਰਕਾਰਾਂ ਰਹੀਆਂ, ਇਹਨਾਂ ਆਪੇ ਕਾਨੂੰਨ ਬਣਾਏ, ਆਪੇ ਆਪਦੇ ਹੱਕ 'ਚ ਕਾਨੂੰਨ ਬਣਾ ਲਏ। ਉਹ ਕਾਨੂੰਨ ਹੈ ਇਮਾਨਦਾਰ ਸਰਕਾਰ ਬਣੀ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ, ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਇਮਾਨਦਾਰ ਸਰਕਾਰ ਹੈ। ਤੇ ਜਿਹੜੇ ਪਿਛਲੇ ਕਾਨੂੰਨ ਆ ਨਾ, ਜਿਹੜੇ ਛਿੱਕੇ ਤੇ ਟੰਗ ਕੇ ਕਾਨੂੰਨਾਂ ਨੂੰ ਤੇ ਦੁਰਵਰਤੋਂ ਕਰਦੇ ਰਹੇ, ਉਹ ਸਾਰਾ ਕੁਝ ਬੰਦ ਹੋਵੇਗਾ। ਅਸੀਂ ਅੱਜ ਐਕਟੀਵਿਟੀ ਕਰਕੇ ਵਿਖਾਈਏ ਤੇ ਕੱਲ ਤੋਂ ਹੋਰ ਤੇਜ਼ ਕਰਾਂਗੇ। ਜਿਹੜੀ ਦੇਖੋ ਕਿੱਥੋਂ ਪੈਸੇ ਆਉਣੇ ਆ ਜਦੋਂ ਲੁੱਟ ਖੋਹ ਰਹੀ, ਕੁਝ ਮੁਲਾਜ਼ਮ ਲੜ ਕੇ ਕਰ ਰਹੇ ਆ। ਮੈਂ ਪਹਿਲਾਂ ਹੀ ਕਿਹਾ ਸੀ ਕਿ ਕੁਝ ਕਾਲੀਆਂ ਭੇਡਾਂ ਸਾਡੇ ਮਹਿਕਮੇ ਦੇ ਵਿੱਚ ਵੀ ਹੈਗੀਆਂ ਜਿਹੜੀਆਂ ਲੁੱਟ ਰਹੀਆਂ ਤੇ ਰਲ ਕੇ ਇਹਨਾਂ ਟਰਾਂਸਪੋਰਟਰਾਂ ਦੇ ਨਾਲ ਸਾਡੇ ਪੰਜਾਬ ਦੇ ਖਜ਼ਾਨੇ ਨੂੰ ਵੱਡਾ ਜਿਹੜਾ ਖੋਰਾ ਲਾਇਆ ਜਾ ਰਿਹਾ। ਇਹ ਬਕਾਇਦਾ ਇਨਕੁਆਇਰੀਆਂ ਹੋਣਗੀਆਂ ਤੇ ਜੋ ਵੀ ਇਹ 'ਚ ਆਰਟੀਏ ਸਾਹਿਬ ਇਹ ਤੁਹਾਡਾ ਮੁਲਾਜ਼ਮ ਇਹਦੀ ਇਨਕੁਆਇਰੀ ਕਰੋ। ਇਹ ਜੋ ਵੀ ਦੋਸ਼ੀ ਪਾਇਆ ਜਾਂਦਾ, ਜਿਹੜਾ ਪੈਸੇ ਲੈ ਕੇ ਜਾਂਦਾ ਰਿਹਾ, ਤੇ ਤੁਸੀਂ ਵੀ ਦੱਸਣਾ ਵਾ। ਇਨਕੁਆਇਰੀ ਤੁਹਾਡੇ ਤੋਂ ਵੀ ਹੋਣੀ ਆ, ਬਕਾਇਦਾ ਪੁੱਛਿਆ ਜਾਊਗਾ। ਜਿੰਨੀ ਲੁੱਟ ਖੋਈ ਉਹ ਸਾਰੀ ਭਰਪਾਈ ਇਹਦੇ ਤੋਂ ਕੀਤੀ ਜਾਊਗੀ। ਜਿਹੜਾ ਵੀ ਸਰਕਾਰ ਦੇ ਖਜ਼ਾਨੇ ਨੂੰ ਜਿਹਨੇ ਖਾਧਾ ਆ, ਜਿਹਨੇ ਲੋਕਾਂ ਦਾ ਟੈਕਸ ਦਾ ਪੈਸਾ ਲੁੱਟਿਆ, ਹਰੇਕ ਤੇ ਕਾਰਵਾਈ ਹੋਵੇਗੀ। ਸਰ ਕੀ ਲੱਗਦਾ ਕੱਲਾ ਡਰਾਈਵਰ ਹੀ ਹੋ ਸਕਦਾ ਜਾਂ ਹੋਰ ਵੀ ਕੋਈ ਹੋਣਗੇ ਇਹਨਾਂ ਦੇ ਨਾਲ? ਜਦੋਂ ਡਰਾਈਵਰ ਕਾਬੂ ਆਊ ਆਪੇ ਉੱਤੋਂ ਲੈ ਕੇ ਥੱਲੇ ਤੱਕ ਪਰਤਾਂ ਖੁੱਲਣਗੀਆਂ। ਇਹ ਕੌਣ ਕੌਣ ਦੋਸ਼ੀ ਆ, ਸਾਰੀਆਂ ਪਰਤਾਂ ਖੁੱਲਣਗੀਆਂ। ਮੈਂ ਖੁਦ ਕਹਿੰਦੇ ਆ ਵੀ ਮਹਿਕਮੇ ਦੇ ਵਿੱਚ ਕਾਲੀਆਂ ਭੇਡਾਂ ਰਲੀਆਂ। ਅੱਜ ਪਹਿਲੇ ਦਿਨ ਹੀ ਚੈੱਕ ਕਰਨਾ ਆ ਤੇ ਰੌਲਾ ਪੈ ਗਿਆ। ਇਹ ਟਰਾਂਸਪੋਰਟਰ ਕਹਿਣ ਲੱਗ ਪਏ ਵੀ ਅਸੀਂ ਪੈਸੇ ਦਿੰਦੇ ਇਹਨਾਂ ਨੂੰ ਤੇ ਫੇਰ ਸਾਡੀਆਂ ਬੱਸਾਂ ਚੱਲਦੀਆਂ, ਅਸੀਂ ਟੈਕਸ ਨਹੀਂ ਤਾਰਦੇ। ਤੇ ਜੇ ਵੇਖੋ ਇੰਨੇ ਬੇਖੌਫ ਹੋ ਕੇ ਟਰਾਂਸਪੋਰਟਰ ਤੇ ਜਿਹੜੇ ਸਾਡੇ ਮੁਲਾਜ਼ਮ ਨੇ ਉਹ ਸਰਕਾਰ ਦਾ ਖਜ਼ਾਨਾ ਚੋਰੀ ਕਰ ਰਹੇ ਆ। ਦੇਖੋ ਕਿਹੜਾ ਸਮਾਂ ਚੱਲ ਰਿਹਾ, ਕਿਹੜਾ ਯੁੱਗ ਚੱਲ ਰਿਹਾ ਤੇ ਕੀ ਕੁਝ ਕਰ ਰਹੇ ਆ। ਪਰ ਉਹਨਾਂ ਵੱਲੋਂ ਆਖਿਆ ਗਿਆ ਕਿ 7 ਦਿਨ ਦੀ ਕਾਰਵਾਈ ਹੁੰਦੀ ਹੈ, ਬਾਅਦ ਫੇਰ ਉਹੀ ਧੰਦਾ ਸ਼ੁਰੂ ਹੋ ਜਾਂਦਾ ਹੈ। 7 ਦਿਨ ਦੀ ਕਾਰਵਾਈ ਨਹੀਂ ਹੋਏਗੀ। ਮੈਂ ਪਹਿਲਾਂ ਹੀ ਕਹਿ ਚੁੱਕਾ, ਵਿਜੀਲੈਂਸ ਇਨਕੁਆਇਰੀ ਹੋਏਗੀ। ਜੇ ਆਮਦਨ ਤੋਂ ਬਾਅਦ ਇਸ ਮੁਲਾਜ਼ਮ ਨੇ ਜਾਇਦਾਦ ਬਣਾਈ ਹੋਈ, ਉਹਦੀ ਜਾਇਦਾਦ ਕੁਰਕ ਹੋਈ। ਉਹਨਾਂ ਦੇ ਨਾਲ ਜਿਹੜੇ ਹੋਰ ਅਧਿਕਾਰੀ ਸਾਹਮਣੇ ਹੋਣਗੇ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇਗੀ ਜੀ। ਬਿਲਕੁਲ ਕਾਰਵਾਈ ਹੋਏਗੀ। ਜੋ ਵੀ ਦੋਸ਼ੀ ਪਾਇਆ ਜਾਵੇਗਾ ਹਰੇਕ ਤੇ ਕਾਰਵਾਈ ਹੋਵੇਗੀ। ਤਾਂ ਸਾਡੇ ਨਾਲ ਲਾਲਜੀਤ ਸਿੰਘ ਭੁੱਲਰ ਜੀ ਮੌਜੂਦ ਨੇ। ਭੁੱਲਰ ਸਾਹਿਬ ਅੱਜ ਅਸੀਂ ਦੇਖ ਰਹੇ ਹਾਂ ਸਵੇਰ ਤੋਂ ਬਿਲਕੁਲ ਘਬਰਾਇਆ ਸਾਹਮਣੇ ਆ ਰਿਹਾ। ਆ ਜਿੰਨੇ ਇੱਥੇ ਟਰਾਂਸਪੋਰਟਰ ਖੜੇ ਆ ਉਹਨਾਂ ਨੇ ਸਿੱਧੇ ਇੱਕ ਠੋਕ ਕੇ ਕਿਹਾ ਵੀ ਆ ਜਿਹੜਾ ਡਰਾਈਵਰ ਆਉਂਦਾ, ਇਹ ਡਰਾਈਵਰ ਆ ਕੇ ਸਾਡੇ ਕੋਲ ਰੋਜ਼ ਦੇ ਪੈਸੇ ਲੈ ਕੇ ਜਾਂਦਾ, ਮਹੀਨੇ ਦੇ ਪੈਸੇ ਲੈ ਕੇ ਜਾਂਦਾ। ਸਰ ਮੇਰੀ ਇੱਕ ਬੇਨਤੀ ਹੈ। ਇਹ ਖੜਾ ਕੌਣ ਹੈ ਜੀ? ਇਹ ਆਰਟੀਏ ਅੰਮ੍ਰਿਤਸਰ ਦਾ ਡਰਾਈਵਰ ਆ ਤੇ ਇਹਦਾ ਨਾਂ ਸ਼ਰੇਆਮ ਲਾ ਰਿਹਾ। ਇਹਦੀ ਵਿਜੀਲੈਂਸ ਨੂੰ ਇਨਕੁਆਇਰੀ ਦਿੱਤੀ ਜਾਵੇਗੀ ਕਿਉਂਕਿ ਲੋਕ ਨਾ ਰਹੇ ਨੇ। ਉਹ ਖੁਦ ਕਹਿ ਰਹੇ ਅਸੀਂ ਟੈਕਸ ਚੋਰੀ ਕਰਦੇ ਆ, ਅਸੀਂ ਟੈਕਸ ਨਹੀਂ ਤਾਰਦੇ। ਟੈਕਸ ਚੋਰੀ ਕਰ ਰਹੇ ਆ ਤੇ ਇਹ ਜਿਹੜਾ ਟੈਕਸ ਟਰਾਂਸਪੋਰਟਰ ਵੀ ਚੋਰੀ ਕਰ ਰਹੇ ਆ। ਇਹਨਾਂ ਤੋਂ ਵੀ ਟੈਕਸ ਵਸੂਲਿਆ ਜਾਵੇਗਾ ਤੇ ਜਿੰਨੇ ਹੇਰਾਫੇਰੀ ਕੀਤੀ ਕੋਈ ਵੀ ਮੁਲਾਜ਼ਮ ਹੋਵੇ ਉੱਤੇ ਬਣਦੀ ਕਾਰਵਾਈ ਕਰਾਂਗੇ। ਕਿੰਨੀਆਂ ਕੁ ਬੱਸਾਂ ਤੁਹਾਡੇ ਵੱਲੋਂ ਬੌਂਡ ਕੀਤੀਆਂ ਅੱਜ 15 ਤੋਂ 20 ਬੱਸਾਂ ਇਕੱਲੇ ਅੰਮ੍ਰਿਤਸਰ ਦੇ ਵਿੱਚ ਬੌਂਡ ਕੀਤੀਆਂ ਗਈਆਂ। ਤੇ ਵੇਖੋ ਜੇ ਆਪਾਂ ਇੱਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਸ਼ਹਿਰ ਦੇ ਵਿੱਚ 15 ਤੋਂ 20 ਨਹੀਂ, ਇਹ ਦੱਸਦੇ ਆ ਵੀ ਇੱਥੇ ਸਾਰੇ ਸ਼ਹਿਰ ਦੀ ਟੈਕਸ ਚੋਰੀ ਹੋ ਰਿਹਾ। ਕੌਣ ਕਰਾਉਂਦਾ ਪਿਆ ਟੈਕਸ? ਇਹ ਤੇ ਇੱਕ ਡਰਾਈਵਰ ਦਾ ਨਾਂ ਲੈ ਰਹੇ। ਇਸ ਤੋਂ ਇਨਕੁਆਇਰੀ ਹੋਵੇਗੀ, ਸਾਰਾ ਕੁਝ ਸਾਰੀਆਂ ਪਰਤਾਂ ਖੁੱਲਣਗੀਆਂ, ਉੱਤੋਂ ਤੋਂ ਲੈ ਕੇ ਥੱਲੇ ਤੱਕ ਪਰਦਾਫਾਸ਼ ਹੋਵੇਗਾ। ਇਸ ਇਨਸਾਨ ਨੇ ਸੱਚੀ ਗੱਲ ਕੀਤੀ ਆ। ਜੇ ਵੇਖੋ ਕਈ ਬੰਦੇ ਇੱਥੇ ਆਉਂਦੇ ਉਹ ਪਰਦੇ ਪਾਉਣ ਆਉਂਦੇ ਆ। ਪਰਦੇ ਪਾਉਣ ਦੀ ਸਾਨੂੰ ਲੋੜ ਨਹੀਂ। ਜਿਹੜਾ ਵੀ ਪਰਦਾ ਪਾਵੇਗਾ ਉੱਤੇ ਵੀ ਕਾਰਵਾਈ ਹੋਵੇਗੀ। ਇਹਨਾਂ ਦੀ ਗੱਲ ਸੁਣ ਲਈ ਕੀ ਹੈ ਜੀ? ਇਹ ਲੋ ਜੀ ਇੱਧਰ ਕਰੋ ਜੀ। ਦਿਖਾਓ ਉੱਤੇ ਮੈਂ ਕੀ ਪਾ ਰਿਹਾ। The above information has already been shared with Punjab Transport Minister and SPA, RT Amritsar. Let's wait and watch action will be taken. ਗੱਡੀਆਂ ਦਾ ਨੰਬਰ ਦੇ ਰਿਹਾ। ਇਹ ਉਹ ਸਰਕਾਰ ਨਾਲ ਨਹੀਂ ਰਹੀਆਂ ਜਿਹੜੀਆਂ ਲੁੱਟਦੀਆਂ ਤੇ ਕੁੱਟਦੀਆਂ ਰਹੀਆਂ। ਤੁਹਾਡਾ ਮਹਿਕਮਾ ਬਹੁਤ 9 ਅਕਤੂਬਰ ਨਹੀਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੀ। ਕੋਈ ਐਕਸ਼ਨ ਨਹੀਂ ਹੋਇਆ। ਲੋਕ ਖੁਦ ਕਹਿ ਰਹੇ ਨੇ ਕਿ ਐਕਸ਼ਨ ਨਹੀਂ ਹੋਇਆ।
ਜੀ ਮੇਰਾ ਸਵਾਲ ਹੈ ਇਹ 9 ਅਕਤੂਬਰ 2021 ਦੀ ਪੋਸਟ ਪਾਈ ਆ। ਉਦੋਂ ਕਾਂਗਰਸ ਦੀ ਸਰਕਾਰ ਸੀ ਤੇ ਤੁਹਾਨੂੰ ਪਤਾ ਹੀ ਉਹਨਾਂ ਸਰਕਾਰਾਂ 'ਚ ਐਕਸ਼ਨ ਕੀ ਹੁੰਦੇ ਰਹੇ, ਉਹਨਾਂ ਸਰਕਾਰਾਂ 'ਚ ਐਕਸ਼ਨ ਹੁੰਦੇ ਰਹੇ, ਮਹੀਨੇ ਸੈੱਟ ਹੁੰਦੇ ਰਹੇ। ਇਹ ਉਹ ਸਰਕਾਰ ਨਹੀਂ, ਨਾ ਤੇ ਅਸੀਂ ਕਰਪਸ਼ਨ ਕਰਨੀ ਆ ਨਾ ਕਰਨ ਦੇਣੀ ਆ। ਰਾਜਾ ਵੜਿੰਗ ਬਹੁਤ ਐਕਸ਼ਨ 'ਚ ਨਜ਼ਰ ਆਏ ਸੀ, ਉਹ ਵੀ ਉਹਨਾਂ ਨੇ ਬਹੁਤ ਸਾਰੀਆਂ ਬੱਸਾਂ ਬੌਂਡ ਕੀਤੀਆਂ ਸੀ ਇਦਾਂ। ਦੇਖੋ ਉਹ ਐਕਸ਼ਨ ਕੱਲਾ ਐਕਸ਼ਨ ਹੀ ਸੀ, ਆ ਤੁਹਾਡੇ ਸਾਹਮਣੇ ਆ ਜੋ ਕੁਝ ਹੈਗਾ। ਕੋਈ ਐਕਸ਼ਨ ਹੋਇਆ ਉਹ 2021 ਅਕਤੂਬਰ ਦੀ ਪੋਸਟ ਪਈ ਜੀ। ਕੋਈ ਐਕਸ਼ਨ ਹੋਇਆ, ਅਸੀਂ ਜੋ ਵੀ ਦੋਸ਼ੀ ਹੋਇਆ, ਪਹਿਲਾਂ ਤਾਂ ਮੈਂ ਹਦਾਇਤ ਕਰਦਾ ਜਿੰਨੇ ਵੀ ਟੈਕਸ ਚੋਰੀ ਕਰਦੇ ਆ, ਭਾਵੇਂ ਵੋਲਵੋ ਬੱਸਾਂ, ਟੂਰਿਸਟ ਬੱਸਾਂ, ਉਹ ਸਾਰੇ ਆਪਦਾ ਟੈਕਸ ਜਮ੍ਹਾਂ ਕਰਾਉਣ, ਨਹੀਂ ਤੇ ਬਣਦੀ ਕਾਰਵਾਈ ਉਹਨਾਂ ਤੇ ਵੀ ਹੋਊਗੀ। ਤੇ ਜਿਹੜੇ ਦਲਾਲ ਨੇ, ਭਾਵੇਂ ਸਾਡੇ ਮਹਿਕਮੇ ਦੇ ਹੋਣ, ਭਾਵੇਂ ਬਾਹਰਲੇ ਦਲਾਲ, ਹੈਗੇ ਆ ਸਾਹਮਣੇ ਆਉਂਦੇ ਦਲਾਲ। ਇੱਥੇ ਆਏ ਆ ਬੱਸਾਂ ਚੈੱਕ ਕਰਨ, ਉਹ ਸਾਰੀਆਂ ਬੱਸਾਂ ਉਹ ਆਪ ਕਹਿੰਦੇ ਅਸੀਂ ਟੈਕਸ ਨਹੀਂ ਤਾਰਦੇ, ਸਾਡੇ ਤੋਂ ਰੋਜ਼ ਪੈਸੇ ਲਏ ਜਾਂਦੇ, ਮਹੀਨੇ ਭਰੇ ਜਾਂਦੇ। ਕੌਣ ਲੈ ਕੇ ਜਾਂਦਾ? ਆ ਤੁਹਾਡੇ ਸਾਹਮਣੇ ਕਿੰਨੇ ਲਏ ਤੁਹਾਡੇ ਤੋਂ ਪੈਸੇ? ਸਰ ਇਹਨਾਂ ਦਾ ਇਹੀ ਬੇਈਮਾਨੀ ਸਾਡੇ ਤੋਂ ਕਿੰਨਾ ਡਰਾਈਵਰ ਦਾ? ਕੋਈ ਪੈਸੇ ਨਹੀਂ ਕਿਸੇ ਕੋ ਇਸ ਤਰ੍ਹਾਂ ਖੜਦਾ। ਯਾਦ ਸਾਬਤ ਕਰੋ ਕਿ ਆਪਾਂ ਇੱਕ ਬੰਦੇ ਨੂੰ ਮੁਰਗਾ ਬਣਾਤਾ, ਇਹ ਪੈਸੇ ਨਹੀਂ ਤੇ ਮੰਤਰੀ ਸਾਹਿਬ ਇਨਕੁਆਇਰੀ ਕਰਨਗੇ। ਮੰਤਰੀ ਸਾਹਿਬ ਕਰਨਗੇ ਇਨਕੁਆਇਰੀ, ਲੇਕਿਨ ਬੰਦਾ ਸਾਹਮਣੇ ਆਵੇ ਨਾ, ਮੈਂ ਕਹਾਂ ਕਿ ਮੈਂ ਰਮਨ ਨੂੰ ਪੈਸੇ ਦਿੰਦਾ, ਜਾਂ ਬੰਦਾ ਸਾਹਮਣੇ ਆਵੇ ਸਿਰਫ ਇੱਕ ਨੂੰ ਪੁਰਜਾ ਬਣਾਇਆ ਜਾਵੇ। ਸਕਦੇ ਹੋ ਕਿ ਬਕਾਇਦਾ ਤੌਰ ਤੇ ਮੰਤਰੀ ਸਾਹਿਬ ਸਵਾਲ ਹੈ ਕਿ ਪਿਛਲੀ ਵਾਰ ਜਦੋਂ ਰਾਜਾ ਵੜਿੰਗ ਕਹਿੰਦੇ ਸੀ ਤੇ ਮਹਿਕਮਾ ਪ੍ਰੋਫਿਟ 'ਚ ਚਲਾ ਗਿਆ ਸੀ, ਤੁਸੀਂ ਸਮਝਦੇ ਹੋ ਕਿ ਇਹ ਕੋਲੇ ਦੀ ਖਾਣ ਹੈ ਜਿਹਨੂੰ ਤਰਾਸ਼ਿਆ ਜਾ ਸਕਦਾ? ਦੇਖੋ ਜੇ ਮਹਿਕਮਾ ਮੁਨਾਫੇ 'ਚ ਗਿਆ, ਅਸੀਂ ਤੇ ਉਹਦੇ ਨੂੰ ਬੰਦ ਮੁਨਾਫੇ 'ਚ ਲੈ ਕੇ ਆਵਾਂਗੇ ਜਦੋਂ ਇਹ ਝੂਠ ਕਰੇਗਾ। ਤੇ ਜਿਹੜਾ ਝੂਠੇ ਦੀ ਪੈਰਵਾਈ ਕਰੇਗਾ ਉਹ ਸਾਡਾ ਕੋਈ ਦੋਸਤ ਨਹੀਂ, ਸਾਡੀ ਉਹਦੇ ਨਾਲ ਕੋਈ ਸਾਂਝ ਨਹੀਂ। ਉਹਦੀਆਂ ਬੱਸਾਂ ਵੀ ਬੰਦ ਹੋਣਗੀਆਂ, ਜਿਹੜਾ ਇੱਥੇ ਪੋਲੀਟੀਕਲ ਬੱਸਾਂ ਸੀਗੀਆਂ, ਪਹਿਲਾਂ ਉਹਦੀਆਂ ਬੱਸਾਂ ਬੰਦ ਬੱਸਾਂ ਸੀਗੀਆਂ, ਬਿਲਕੁਲ ਪੋਲੀਟੀਕਲ ਬੱਸਾਂ, ਬਿਲਕੁਲ ਪੋਲੀਟੀਕਲ ਬੱਸਾਂ ਜਿਹੜੀਆਂ ਸਾਹਮਣੇ ਇਹਨਾਂ ਨੇ ਕਿਹਾ ਕਿ ਕਾਂਗਰਸ ਨੇ ਮਾਰਿਆ ਸੀ ਜਿਹਦੀ ਤੁਸੀਂ ਹੁਣ ਦੱਸੋ ਕੀ ਕਹਿਣਾ ਚਾਹੁੰਦੇ ਹੋ ਜੀ? ਮੈਂ ਕੀ ਕਹਿਣਾ, ਆਪਾਂ ਇੱਕ ਬੰਦੇ ਦੇ ਉੱਪਰ ਤੋਮਤ ਲਾਤੀ। ਮੰਤਰੀ ਸਾਹਿਬ ਨੇ ਕਹਿਤਾ ਇਹਦੀ ਇਨਕੁਆਇਰੀ ਹੋਣੀ, ਪਹਿਲਾਂ ਬਹੁਤ ਵਧੀਆ ਇਨਕੁਆਇਰੀ ਹੋਣੀ ਚਾਹੀਦੀ, ਲੇਕਿਨ ਕੋਈ ਸਬੂਤ ਵੀ ਹੋਵੇ ਕਿ ਇੱਕੋ ਬੰਦੇ ਨੂੰ ਕਹਿ ਉਹ ਕੱਲਾ ਬੰਦਾ ਪੈਸੇ ਖਾ ਲੇਗਾ, ਇਹਦਾ ਮਤਲਬ ਕਿ ਜੇ ਉੱਤੋਂ ਲੈ ਕੇ ਥੱਲੇ ਤੱਕ ਇਨਕੁਆਇਰੀ ਹੋਏਗੀ। ਜੇ ਡਰਾਈਵਰ ਖਾਂਦਾ ਤੇ ਨਾਲ ਆਰਟੀਓ ਵੀ ਖਾਂਦਾ, ਜੇ ਆਰਟੀਓ ਖਾਂਦਾ ਤੇ ਮੰਤਰੀ ਸਾਹਿਬ ਕੋਈ ਪੈਸੇ ਪਹੁੰਚਦੇ ਨੇ। ਸਾਰਾ ਤਰੀਕਾ ਇੱਥੇ ਸਰਕਾਰ ਨੇ ਨਵੀਂ ਹਾਲੇ ਗੱਲ ਕਰ ਰਿਹਾ ਮੈਂ ਪਿਛਲੀ ਗੱਲ ਕਰ ਰਿਹਾ। ਅਸੀਂ ਇਹ ਕਿਉਂ ਨਹੀਂ ਸੋਚਦੇ ਕਿ ਟੈਕਸ ਚੋਰੀ ਹੋ ਕਿਉਂ ਰਿਹਾ? ਟੈਕਸ ਚੋਰੀ ਦਾ ਕਾਰਨ ਲੱਭੋ। ਤੁਸੀਂ ਇੱਕ ਮਿੰਟ ਮੰਤਰੀ ਸਾਹਿਬ ਨੂੰ ਬਾਹਰ ਪੁੱਛੋ, ਮੈਂ ਮੇਰੀ ਗੱਲ ਸੁਣੋ, ਇੱਕ ਮਿੰਟ ਰਮਨ, ਮੰਨਦੇ ਆ ਨਾ ਟੈਕਸ ਚੋਰੀ ਹੋ ਰਿਹਾ, ਇਹਦੀ ਗੱਲ ਸੁਣੋ, ਇਹ ਵੀ ਮੰਨ ਰਹੇ ਆ। ਆਰਟੀਓ ਵੀ ਹਿੱਸਾ ਲੈਂਦਾ, ਮੰਤਰੀਆਂ ਕੋ ਵੀ ਹਿੱਸੇ ਜਾਂਦੇ ਬਿਲਕੁਲ ਮੰਤਰੀਆਂ ਕੋਲ ਜਾਂਦੇ ਮੰਤਰੀ ਸਾਹਿਬ ਕੋਈ ਦੁੱਧ ਦੇ ਧੋਤੇ ਨਹੀਂ, ਜਿਹੜੇ ਲੱਖਾਂ ਕਰੋੜਾਂ ਰੁਪਏ ਖਰਚ ਕਰਕੇ ਇਲੈਕਸ਼ਨ ਲੜਦੇ ਨੇ। ਜੇ ਸੁੱਚੇ ਇਲੈਕਸ਼ਨ ਲੜੇ ਹੋ, ਜਿੱਦਾਂ ਨੇ ਇਹਨਾਂ ਲੜੇ ਪੈਸੇ ਤੋਂ ਬਿਨਾ, ਇਹ ਨਹੀਂ ਮਹੀਨਾ ਲੈਣਗੇ। ਲੇਕਿਨ ਜੋ ਪਿੱਛੇ ਚੱਲਦਾ ਰਿਹਾ ਉਹ ਸਿਸਟਮ ਖਰਾਬ ਸੀਗਾ। ਹੁਣ ਜੇ ਸਿਸਟਮ ਠੀਕ ਕਰਨਾ, ਸਾਨੂੰ ਚੋਰੀ ਰੋਕਣ ਵਾਸਤੇ ਵੀ ਵੇਖਣਾ ਪੈਣਾ। ਚੋਰੀ ਹੁੰਦੀ ਕਿਉਂ ਪਈ ਏ? ਤੁਸੀਂ ਸਲੀਪਰ ਪਾਸ ਕਰੋ ਪੰਜਾਬ ਦੇ ਵਿੱਚ, ਲੋਕੀ ਬਾਹਰੀਆਂ ਸਟੇਟਾਂ 'ਚ ਨਹੀਂ ਜਾਣਗੇ। ਤੁਸੀਂ ਟੈਕਸ ਘਟਾਓ। ਹਰਿਆਣਾ ਸਰਕਾਰ ਟੈਕਸ ਘੱਟ ਲੈ ਰਹੀ ਹੈ, ਪੰਜਾਬ ਸਰਕਾਰ 24 ਘੰਟੇ ਦਾ 5000 ਲੈ ਰਹੀ ਹੈ, ਜੰਮੂ ਕਸ਼ਮੀਰ ਟੈਕਸ ਲੈ ਰਹੀ ਹੈ। ਤੁਸੀਂ ਉਹਨੂੰ ਬਾਅਦ ਇੱਕ ਮਿੰਟ ਮੰਤਰੀ ਸਾਹਿਬ, ਟੈਕਸ ਦੀ ਡਿਮਾਂਡ ਰੱਖਣੀ ਜਾਇਜ਼ ਹੈ ਇਹਨਾਂ ਦੀ ਗੱਲ, ਉਹਨੂੰ ਤੁਸੀਂ ਕਰਕੇ ਤੁਸੀਂ ਕਰੋ, ਫਿਰ ਦੇਖੋ ਟੈਕਸ ਚੋਰੀ ਰੁਕਦਾ ਕਿ ਨਹੀਂ ਰੁਕਦਾ। ਜਿਹੜੀਆਂ ਚੋਰ ਮੋਰੀਆਂ ਕਰਨੀਆਂ ਆਪ ਮੰਨਦੇ ਆ ਵੀ ਅਸੀਂ ਕਰਦੇ ਹੁੰਦੀਆਂ ਹੋਏਗੀ ਵੀ ਨਹੀਂ ਲੱਗਦੀ ਵਾਰੀ। ਹੁੰਦੀਆਂ ਕੌਣ ਹੈ? ਮੰਤਰੀ ਸੰਤਰੀ ਸਾਰੇ ਕਰਵਾਉਂਦੇ ਨੇ ਤੇ ਹੁੰਦੀਆਂ ਮੈਂ ਤਾਂ ਕਹਿ ਉਹ ਨਵੇਂ ਆਏ ਨਾ, ਉਹ ਨਵੇਂ ਆਏ ਨੇ, ਨਵੇਂ ਨਹੀਂ ਕਰਵਾ ਰਹੇ, ਪੁਰਾਣੇ ਦੇ ਹੁੰਦੇ ਨੇ। ਜੇ ਤੁਸੀਂ ਇਨਕੁਆਇਰੀ ਸਵਾਲ ਆ ਗਿਆ, ਬਿਲਕੁਲ ਹੋਵੇਗੀ। ਉਹਨਾਂ ਮੰਤਰੀਆਂ ਸੰਤਰੀਆਂ ਦੀ ਵੀ ਰਮਨ ਥੋੜੇ ਪੈਸੇ ਖਾ ਗਿਆ, ਇਹ ਕੱਲਾ ਆਟੀਓ ਥੋੜੀ ਰਮਨ ਦੀ ਗੱਲ ਨਹੀਂ ਕੀਤੀ, ਮੈਂ ਕੱਲੇ ਰਮਨ ਦੀ ਗੱਲ ਨਹੀਂ ਕੀਤੀ। ਗੱਲਾਂ ਨਹੀਂ ਗਾ ਸਕਦਾ, ਮੇਰਾ ਸਿੱਧਾ ਕਹਿਤਾ, ਪਰ ਮੈਂ ਨਹੀਂ ਕਹਤਾ ਭਾਈ ਸਾਹਿਬ। ਮੈਂ ਇੱਕ ਗੱਲ ਕਹਾਂ, ਮੈਂ ਨਾ ਕਹਿਣਾ, ਮੈਂ ਨਾ ਇੱਕ ਮਿੰਟ ਜੇ ਮੰਤਰੀ ਸਾਹਿਬ ਨੇ ਰੁਪਏ ਇੱਥੇ ਮੈਂ ਆਈਡੀ ਵਿੱਚ ਦੇਖੋ ਅਸੀਂ ਜੋ ਮੰਤਰੀ ਸਾਹਿਬ ਬਣਦੀ ਕਾਰਵਾਈ ਹੋਵੇਗੀ, ਵਿਜੀਲੈਂਸ ਇਨਕੁਆਇਰੀ ਬਿਲਕੁਲ ਹੋਵੇਗੀ। ਜਨਤਾ ਦੇ ਵਿੱਚ ਤੁਸੀਂ ਕਿਆ ਕਰਦੇ